ਹੈਲੋ ਡੀਅਰ ਸਟੂਡੈਂਟਸ, ਬਹੁਤ ਹੀ ਪਿਆਰੇ ਬੱਚਿਓ। ਬੇਟਾ ਅੱਜ ਆਪਾਂ ਤੁਹਾਡੀ ਸਮਾਜਿਕ ਵਿਗਿਆਨ ਦੀ ਪੁਸਤਕ ਜਮਾਤ 8ਵੀਂ ਦੇ ਵਿੱਚੋਂ ਟਰਮ 2 ਦੇ ਵਿੱਚ ਚੈਪਟਰ ਨੰਬਰ 5 ਹੈ ਤੁਹਾਡਾ, ਪਾਰਟ ਨੰਬਰ 5 ਆਫਤ ਪ੍ਰਬੰਧਨ, ਇਹਦੇ ਬਾਰੇ ਪੜ੍ਹਾਂਗੇ ਬੇਟਾ। ਜਿਹੜਾ ਤੁਹਾਡਾ ਟਰਮ 2 ਦੇ ਐਗਜ਼ਾਮ ਹੋਣੇ ਨੇ ਇਹਦੇ ਵਿੱਚੋਂ ਕੁਝ ਕੁਐਸਚਨਸ ਆਉਣਗੇ, ਆਪਾਂ ਉਹਦੇ ਬਾਰੇ ਅੱਜ ਕੁਝ ਜਾਣਕਾਰੀ ਹਾਸਲ ਕਰਾਂਗੇ। ਸੋ ਤੁਹਾਡੇ ਸਾਹਮਣੇ ਇਸ ਦੇ 1 ਤੋਂ 15 ਸ਼ਬਦਾਂ ਦੇ ਵਿੱਚ ਜਿਹੜੇ ਆਪਾਂ 1 ਜਾਂ 2 ਲਾਈਨਾਂ ਦੇ ਵਿੱਚ ਆਨਸਰ ਦੇਣੇ ਨੇ, ਉਹ ਕੁਝ ਕੁਐਸਚਨ ਨੇ। ਪਾਰਟ ਨੰਬਰ 5 ਆਫਤ ਪ੍ਰਬੰਧਨ। ਪਹਿਲਾ ਪ੍ਰਸ਼ਨ ਹੈ ਤੁਹਾਡੇ ਸਾਹਮਣੇ, ਆਫਤ ਕਿਸ ਨੂੰ ਆਖਦੇ ਹਨ? ਦੇਖੋ, ਆਫਤ ਇੱਕ ਆਮ ਜੇ ਆਪਾਂ ਗੱਲ ਕਰੀਏ ਮੁਸੀਬਤ, ਕੀ ਮੁਸੀਬਤ ਪੈ ਗਈ ਤੇਰੇ ਤੇ, ਆਪਾਂ ਕਹਿੰਦੇ ਨੇ ਕੀ ਮੁਸੀਬਤ ਆਈ ਹੈ ਤੈਨੂੰ, ਕੀ ਆਫਤ ਪਈ ਹੈ ਤੈਨੂੰ, ਇਹ ਜਗ੍ਹਾ ਮੈਂ ਕਰੀ ਜਾਂਦਾ, ਭਾਵ ਇੱਕ ਤਰ੍ਹਾਂ ਦੀ ਕੋਈ ਮੁਸੀਬਤ ਦਾ ਪੈ ਜਾਣਾ। ਸੋ ਜੇ ਆਪਾਂ ਲਿਖਣਾ ਹੋਵੇ ਤਾਂ ਕੀ ਆਖਾਂਗੇ? ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਆਫਤ ਕਿਹਾ ਜਾਂਦਾ। ਜਦੋਂ ਬਹੁਤ ਵੱਡਾ ਨੁਕਸਾਨ ਸਾਡੇ ਨਾਲ, ਕਿਸੇ ਛੋਟੀ ਜਿਹੀ ਪ੍ਰੋਬਲਮ ਦਾ ਜਾਂ ਕਿਸੇ ਖਤਰੇ ਦਾ ਨੁਕਸਾਨ ਹੋ ਜਾਂਦਾ ਸਾਨੂੰ ਬਹੁਤ ਜ਼ਿਆਦਾ, ਉਸ ਨੂੰ ਕੀ ਬੋਲਦੇ ਹਾਂ? ਆਫਤ ਬੋਲਦੇ ਹਾਂ। ਸੋ ਇਹਦੀ ਆਫਤ ਦੀ ਪਰਿਭਾਸ਼ਾ ਹੈ, ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਆਫਤਾਂ ਕਿਹਾ ਜਾਂਦਾ। ਤਾਂ ਆਮ ਜੀ ਗੱਲ ਹੈ, ਆਫਤਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? ਅਕਸਰ ਆਪਾਂ ਆਮ ਤੌਰ 'ਤੇ ਆਪਾਂ ਆਫਤਾਂ 2 ਤਰ੍ਹਾਂ ਦੀਆਂ ਮੰਨਦੇ ਨੇ। ਜਿਵੇਂ ਅਗਲਾ ਪ੍ਰਸ਼ਨ ਹੀ ਹੈ, ਕੁਦਰਤੀ ਆਫਤਾਂ ਅਤੇ ਦੂਸਰਾ ਹੈ ਮਨੁੱਖੀ ਆਫਤਾਂ। ਸੋ ਆਫਤ ਕਿਸ ਨੂੰ ਆਖਦੇ ਹਨ? ਜਦੋਂ ਕੋਈ ਪ੍ਰੋਬਲਮ, ਜਦੋਂ ਕੋਈ ਖਤਰਾ ਬਹੁਤ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲੈਂਦਾ, ਉਸ ਨੂੰ ਅਸੀਂ ਆਫਤ ਬੋਲ ਦਿੰਦੇ ਹਾਂ। ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ? 2 ਤਰ੍ਹਾਂ ਦੀਆਂ ਹੁੰਦੀਆਂ ਨੇ, ਕੁਦਰਤੀਆਂ ਆਫਤਾਂ ਅਤੇ ਮਨੁੱਖੀ ਆਫਤਾਂ। ਸੋ ਅਗਲਾ ਪ੍ਰਸ਼ਨ ਹੀ ਤੁਹਾਡੇ ਸਾਹਮਣੇ ਆ ਗਿਆ, ਕੁਦਰਤੀ ਆਫਤਾਂ ਮੁੱਖ ਤੌਰ 'ਤੇ ਕਿਹੜੀਆਂ ਹੁੰਦੀਆਂ ਨੇ? ਕੁਦਰਤੀ ਆਫਤਾਂ ਬੇਟਾ ਉਹ ਆਫਤਾਂ ਹੁੰਦੀਆਂ ਨੇ ਜਿਹੜੀਆਂ ਪ੍ਰਾਕ੍ਰਿਤਿਕ ਤੌਰ ਦੇ ਵਿੱਚ, ਜਦੋਂ ਅਸੀਂ ਕੁਦਰਤ ਨਾਲ ਕੋਈ ਛੇੜਖਾਨੀ ਕਰਦੇ ਹਾਂ ਜਾਂ ਚੇਂਜ ਆਫ ਵੈਦਰ ਦੇ ਨਾਲ ਕ੍ਰੀਏਟ ਹੁੰਦੀਆਂ ਨੇ, ਸਾਡੇ ਸਮਾਜ ਦੇ ਵਿੱਚ ਸਾਡੇ ਵਾਸਤੇ ਨੁਕਸਾਨਦਾਇਕ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਕੁਦਰਤੀ ਆਫਤਾਂ ਬੋਲਦੇ ਹਾਂ। ਜੇ ਆਪਾਂ ਕੁਦਰਤੀ ਆਫਤਾਂ ਦੀ ਗੱਲ ਕਰੀਏ, ਉਹਨਾਂ ਦੀ ਐਗਜ਼ਾਮਪਲ ਲਿਖਣੀ ਹੋਵੇ ਤਾਂ ਤੁਹਾਡੇ ਸਾਹਮਣੇ ਹੈ, ਜਿਵੇਂ ਭੂਚਾਲ, ਜਵਾਲਾਮੁਖੀ ਕਿਰਿਆ ਜਾਂ ਜਵਾਲਾਮੁਖੀ ਫਟਣਾ, ਸੁਨਾਮੀ, ਹੜ੍ਹ, ਚੱਕਰਵਾਤ, ਬਹੁਤ ਤੇਜ਼ ਹਵਾਵਾਂ ਦਾ ਚੱਲਣਾ, ਭੂਮੀ ਦਾ ਖਿਸਕਣਾ, ਬਰਫ਼ ਦੇ ਤੋਂਦਿਆਂ ਦਾ ਖਿਸਕਣਾ, ਸੋਕਾ, ਇਹ ਸਾਰੀਆਂ ਕੁਦਰਤੀ ਆਫਤਾਂ ਨੇ। ਇਹਦੇ ਵਿੱਚ ਚਾਹੇ ਇੰਡਾਇਰੈਕਟਲੀ ਰੂਪ 'ਚ ਕੁਛ ਚੀਜ਼ਾਂ ਵਾਸਤੇ ਮਨੁੱਖ ਜ਼ਿੰਮੇਵਾਰ ਹੈ, ਪਰ ਇਹ ਸਾਰੀਆਂ ਕੁਦਰਤ ਦੀ ਮਰਜ਼ੀ ਦੇ ਅਨੁਸਾਰ ਇਹ ਹੁੰਦੀਆਂ ਨੇ। ਜਦੋਂ ਪ੍ਰਕਿਰਤੀ ਦੇ ਵਿੱਚ ਕੋਈ ਹਿਲਜੁਲ ਹੁੰਦੀ ਹੈ ਤਾਂ ਇਹ ਕੁਦਰਤੀ ਆਫਤਾਂ ਉਦੋਂ ਪੈਦਾ ਹੁੰਦੀਆਂ ਨੇ। ਆ ਤੁਹਾਡੇ ਸਾਹਮਣੇ ਪਿਕਚਰ ਵੀ ਹੈ, ਬੜੇ ਬੜੇ ਤੂਫਾਨ ਆ ਜਾਂਦੇ ਨੇ, ਫਿਰ ਹੜ੍ਹ ਆ ਗਿਆ ਜਿਹਨੂੰ ਉਹ ਫਲੱਡ ਬੋਲਦੇ ਹਾਂ, ਜੰਗਲਾਂ ਦੀ ਅੱਗ ਲੱਗ ਜਾਣੀ, ਅਰਥਕੁਏਕ, ਭੂਕੰਪ ਆ ਜਾਣਾ, ਸੋਕਾ ਪੈ ਜਾਣਾ, ਕਿਤੇ ਬਾਰਿਸ਼ ਨਾ ਹੋਣਾ, ਉਰੇ ਦੇਖੋ ਉਰੇ ਹੜ੍ਹ ਆਏ ਪਏ ਨੇ, ਉਰੇ ਸੋਕਾ ਆਇਆ ਪਿਆ। ਸੁਨਾਮੀ, ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਡਦੀਆਂ ਨੇ ਜੀ। ਲੈਂਡਸਕੇਪਿੰਗ, ਪਹਾੜਾਂ ਦੇ ਉੱਤੇ ਪਹਾੜ ਗਿਰ ਜਾਂਦੇ ਨੇ, ਫਿਰ ਤੂਫਾਨ, ਵੱਡੇ ਵੱਡੇ ਤੂਫਾਨ ਆ ਜਾਂਦੇ ਨੇ। ਇਹ ਜਿਹਦੇ ਨਾਲ ਮਨੁੱਖ ਦਾ, ਸਮਾਜ ਦਾ ਨੁਕਸਾਨ ਹੁੰਦਾ ਹੈ, ਇਹ ਸਾਡੀਆਂ ਹੈਗੀਆਂ ਨੇ ਕੁਦਰਤੀ ਆਫਤਾਂ। ਥਰਡ ਕੁਐਸਚਨ ਆ ਤੁਹਾਡੇ ਕੋਲ ਆ ਗਿਆ, ਭੂਚਾਲ ਤੋਂ ਤੁਹਾਡਾ ਕੀ ਭਾਵ ਹੈ? ਇਸ ਨੂੰ ਕਿਵੇਂ ਮਾਪਿਆ ਜਾਂਦਾ? ਦੇਖੋ, ਭੂਚਾਲ ਸਾਡਾ ਕੀ ਹੈ? ਇੱਕ ਕੁਦਰਤੀ ਆਫਤ ਹੈ। ਕੀ ਹੁੰਦਾ ਭੂਚਾਲ ਦਾ? ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਆਖਦੇ ਹਾਂ। ਦੇਖੋ, ਧਰਤੀ ਦੇ ਉੱਤੇ ਵਾਈਬ੍ਰੇਸ਼ਨਸ, ਧਰਤੀ ਦੇ ਜਿਹੜੀਆਂ ਅੰਦਰਲੀਆਂ ਟੈਕਟੋਨਿਕ ਪਲੇਟਸ ਨੇ ਜਦੋਂ ਹਿੱਲਦੀਆਂ ਨੇ ਤਾਂ ਧਰਤੀ ਉੱਤੇ, ਸਾਰੀ ਧਰਤੀ ਦਾ ਆਊਟਰ ਸਫੀਅਰ ਵੀ ਹਿੱਲਦਾ ਹੈ, ਤਾਂ ਸਾਡੀਆਂ ਬਿਲਡਿੰਗਾਂ ਦਾ ਨੁਕਸਾਨ ਹੁੰਦਾ ਹੈ, ਸਾਡੀ ਸੜਕਾਂ ਦਾ ਨੁਕਸਾਨ ਹੁੰਦਾ ਹੈ, ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਸੋ ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਦਾ ਨਾਮ ਦਿੰਦੇ ਹਾਂ। ਜਦੋਂ ਉਹ ਇੱਕ ਵਿਨਾਸ਼ਕ ਰੂਪ ਧਾਰਨ ਕਰ ਲੈਂਦੀ ਹੈ ਤਾਂ ਇੱਕ ਕੁਦਰਤੀ ਆਫਤ ਬਣ ਜਾਂਦੀ ਹੈ, ਉਹਨੂੰ ਅਸੀਂ ਬੋਲਦੇ ਹਾਂ ਭੂਚਾਲ। ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਰਿਕਟਰ ਪੈਮਾਨਾ ਅਤੇ ਮਰਕਾਲੀ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਰਿਕਟਰ ਸਕੇਲ ਅਤੇ ਮਰਕਾਰੀ ਸਕੇਲ ਦੀ ਯੂਜ਼ ਕੀਤੀ ਜਾਂਦੀ ਹੈ। ਸੋ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਸਾਡੇ ਕੋਲ ਕੁਐਸਚਨ ਨੰਬਰ 4। ਪ੍ਰਸ਼ਨ ਨੰਬਰ 4, ਜਵਾਲਾਮੁਖੀ ਕਿਸ ਨੂੰ ਆਖਦੇ ਹਨ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ। ਦੇਖੋ, ਇਹ ਵੀ ਇੱਕ ਕੁਦਰਤੀ ਆਫਤ ਹੈ। ਜਵਾਲਾਮੁਖੀ ਕੀ ਹੁੰਦਾ ਬੇਟਾ? ਧਰਤੀ, ਤੁਹਾਨੂੰ ਪਤਾ ਵੀ ਬਹੁਤ ਗਰਮ ਹੈ, ਧਰਤੀ ਦੇ ਅੰਦਰ ਜਿਹੜਾ ਗਰਮ ਲਾਵਾ ਹੈ, ਪਿਘਲੀਆਂ ਹੋਈਆਂ ਚੱਟਾਨਾਂ ਨੇ, ਜਦੋਂ ਉਹ ਧਰਤੀ ਦੀ ਪੇਪੜੀ ਵਿੱਚੋਂ, ਜਿੱਥੇ ਕਿਤੇ ਸੌਫਟ ਧਰਤੀ ਮਿਲਦੀ ਹੈ, ਉੱਥੋਂ ਬੇਟਾ ਉਹ ਬਾਹਰ ਨਿਕਲ ਜਾਂਦੀਆਂ ਨੇ। ਉਹ ਕੀ ਹੁੰਦਾ? ਉਹਨੂੰ ਬੋਲਦੇ ਹਾਂ ਅਸੀਂ ਜਵਾਲਾਮੁਖੀ ਦਾ ਫੁੱਟਮੈਨ। ਕੀ ਕਹਿੰਦਾ? ਧਰਤੀ ਦੇ ਅੰਦਰੂਨੀ ਹਿੱਸਿਆਂ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ, ਬਹੁਤ ਜ਼ਿਆਦਾ ਗਰਮ ਤਾਪਮਾਨ ਹੈ ਅੰਦਰ, ਤਾਂ ਉੱਥੋਂ ਦੀਆਂ ਜਿਹੜੀਆਂ ਚੱਟਾਨਾਂ ਨੇ ਉਹ ਕੀ ਹੁੰਦੀਆਂ? ਪਿਘਲ ਜਾਂਦੀਆਂ ਨੇ। ਕਈ ਵਾਰ ਪਿਘਲੀਆਂ ਹੋਈਆਂ ਚੱਟਾਨਾਂ ਧਰਤੀ ਦੇ ਕਮਜ਼ੋਰ ਹਿੱਸੇ ਤੋਂ ਲਾਵਾ, ਇਹ ਪਿਘਲਿਆ ਹੋਇਆ ਹਿੱਸਾ ਕੀ ਹੁੰਦਾ? ਜਿਹੜਾ ਪਿਘਲੇ ਹੋਏ ਹਿੱਸੇ ਨੂੰ ਕੀ ਬੋਲਦੇ ਨੇ? ਲਾਵਾ ਬੋਲਦੇ ਨੇ। ਲਾਲ ਕਲਰ ਦਾ, ਐਨ ਲਾਲ ਸੁਰਖ ਗਰਮ ਅੱਗ ਹੁੰਦੀ ਹੈ ਨਾ, ਲਾਵੇ ਦੇ ਰੂਪ ਵਿੱਚ ਬਾਹਰ ਆ ਜਾਂਦੇ ਨੇ। ਉਹ ਪਿਘਲਿਆ ਹੋਇਆ ਜਿਹੜਾ ਮਟੀਰੀਅਲ ਹੈ, ਮੈਗਮਾ ਹੈ ਜਿਹੜਾ, ਉਹ ਲਾਵੇ ਦੇ ਰੂਪ ਦੇ ਵਿੱਚੋਂ ਸੌਫਟ ਧਰਤੀ ਨੂੰ ਚੀਰਦਾ ਹੋਇਆ ਬਾਹਰ ਆ ਜਾਂਦਾ ਹੈ। ਇਸ ਲਾਵੇ ਦੇ ਧਰਤੀ 'ਤੇ ਆਉਣ ਦੀ ਕਿਰਿਆ ਨੂੰ ਜਵਾਲਾਮੁਖੀ ਦਾ ਨਾਮ ਦਿੱਤਾ ਜਾਂਦਾ ਹੈ। ਇਹ ਜਿਹੜਾ ਲਾਵਾ ਧਰਤੀ ਦੇ ਗਰਭ ਵਿੱਚੋਂ ਨਿਕਲ ਕੇ ਧਰਤੀ ਦੇ ਆਊਟਰ ਸਫੀਅਰ ਦੇ ਉੱਤੇ ਆ ਜਾਂਦਾ ਹੈ, ਤੈਨੂੰ ਅਸੀਂ ਕੀ ਬੋਲਦੇ ਹਾਂ? ਜਵਾਲਾਮੁਖੀ ਬੋਲਦੇ ਹਾਂ। ਜਵਾਲਾਮੁਖੀ ਨੇ ਕਿੰਨੀਆਂ ਕਿਸਮਾਂ ਨੇ ਬੇਟਾ ਜੀ? 3 ਕਿਸਮਾਂ ਨੇ, ਯਾਦ ਰੱਖਣਾ ਹੈ। ਕਿਰਿਆਸ਼ੀਲ ਜਵਾਲਾਮੁਖੀ, ਜਿਹਦੇ ਵਿੱਚੋਂ ਲਗਾਤਾਰ ਮੈਗਮਾ ਬਾਹਰ ਨਿਕਲ ਰਿਹਾ, ਲਾਵਾ ਬਾਹਰ ਨਿਕਲ ਰਿਹਾ, ਉਸ ਨੂੰ ਅਸੀਂ ਬੋਲਦੇ ਹਾਂ ਕਿਰਿਆਸ਼ੀਲ ਜਵਾਲਾਮੁਖੀ। ਸੁੱਤਾ ਹੋਇਆ ਜਵਾਲਾਮੁਖੀ, ਜਿਨ੍ਹਾਂ ਚੋਂ ਹਲੇ ਲਾਵਾ ਬਾਹਰ ਨਹੀਂ ਨਿਕਲਿਆ ਪਰ ਜਵਲਨਸ਼ੀਲ ਹੈ, ਉਹਦੇ ਵਿੱਚੋਂ ਕਦੋਂ ਵੀ ਲਾਵਾ ਬਾਹਰ ਨਿਕਲ ਸਕਦਾ ਹੈ। ਤਾਂ ਦੂਸਰੀ ਕਿਸਮ ਆ ਗਈ ਸੁੱਤੇ ਹੋਏ ਜਵਾਲਾਮੁਖੀ। ਤੀਸਰਾ ਹੈ ਬੁਝੇ ਹੋਏ ਜਵਾਲਾਮੁਖੀ, ਜਿਨ੍ਹਾਂ ਚੋਂ ਬੜੇ ਲੰਬੇ ਸਮੇਂ ਪਹਿਲਾਂ ਜੋ ਲਾਵਾ ਬਾਹਰ ਨਿਕਲਿਆ ਸੀ,
ਹੁਣ ਉਹ ਸ਼ਾਂਤ ਰੂਪ ਦੇ ਵਿੱਚ ਨੇ, ਪਰ ਜਵਾਲਾਮੁਖੀ ਦੇ ਹੈਗੇ ਨੇ। ਸੋ ਉਹ ਹੁੰਦੇ ਨੇ ਬੁਝੇ ਹੋਏ ਜਵਾਲਾਮੁਖੀ। 3 ਤਰ੍ਹਾਂ ਦੇ ਜਵਾਲਾਮੁਖੀ ਹੁੰਦੇ ਨੇ। ਆ ਦੇਖੋ ਤੁਹਾਡੀ ਸਕਰੀਨ ਦੇ ਉੱਤੇ ਜਵਾਲਾਮੁਖੀ ਦੀ ਕਿੰਨੀ ਵੱਡੀ ਦਹਿਕਦੀ ਹੋਈ ਪਿਕਚਰ ਤੁਹਾਡੇ ਸਾਹਮਣੇ ਆ ਰਹੀ ਹੈ। ਆ ਰੈੱਡ ਕਲਰ ਦਾ ਜਿਹੜਾ ਮੈਗਮਾ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਲਾਵਾ ਬੋਲਦੇ ਹਾਂ, ਇਹ ਜਵਾਲਾਮੁਖੀ ਦੇ ਵਿੱਚੋਂ ਫੁੱਟ ਕੇ ਬਾਹਰ ਨਿਕਲਦਾ ਹੋਇਆ ਬਹਿ ਰਿਹਾ ਹੈ। ਇਹ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਇੱਕ ਚੀਜ਼ ਨੂੰ ਆਪ ਦੇ ਨਾਲ ਸਾੜ ਦਿੰਦਾ ਹੈ, ਮਚਾ ਦਿੰਦਾ ਹੈ, ਉਹਦਾ ਨਾਸ਼ ਕਰ ਦਿੰਦਾ ਹੈ। ਸੋ ਅਗਲਾ ਪ੍ਰਸ਼ਨ ਆ ਗਿਆ ਤੁਹਾਡੇ ਕੋਲ, ਸੁਨਾਮੀ। ਇਹ ਵੀ ਇੱਕ ਕੁਦਰਤੀ ਆਫਤ ਹੈ। ਸੁਨਾਮੀ ਕਿਵੇਂ ਪੈਦਾ ਹੁੰਦੀ ਹੈ? ਸੁਨਾਮੀ ਕੀ ਹੁੰਦੀ ਹੈ ਬੇਟਾ? ਸੁਨਾਮੀ ਸਮੁੰਦਰ ਦੇ ਵਿੱਚ ਉੱਠੀਆਂ ਬਹੁਤ ਉੱਚੀਆਂ ਉੱਚੀਆਂ ਲਹਿਰਾਂ ਨੂੰ ਅਸੀਂ ਸੁਨਾਮੀ ਬੋਲਦੇ ਹਾਂ। ਸਮੁੰਦਰ ਦੇ ਵਿੱਚ ਆਮ ਲਹਿਰਾਂ ਚੱਲਦੀਆਂ, ਪਰ ਕਈ ਵਾਰ 20-20, 25-25, 50-50 ਫੁੱਟ ਉੱਚੀਆਂ ਲਹਿਰਾਂ ਸਮੁੰਦਰ ਦੇ ਵਿੱਚ ਕੁਝ ਹਿਲਜੁਲਾਂ ਕਰਕੇ ਪੈਦਾ ਹੁੰਦੀਆਂ, ਉਹਨਾਂ ਨੂੰ ਅਸੀਂ ਸੁਨਾਮੀ ਬੋਲਦੇ ਹਾਂ। ਪੈਦਾ ਕਿਵੇਂ ਹੁੰਦੀਆਂ? ਕਹਿੰਦਾ ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੁੰਦੀ ਹੈ, ਬਹੁਤ ਉੱਚੀ ਹੁੰਦੀ ਹੈ, ਆਮ ਨਹੀਂ ਹੁੰਦੀ, ਜੋ ਕਿ ਸਮੁੰਦਰ ਦੇ ਤਲ ਵਿੱਚ ਭੂਚਾਲ, ਜਵਾਲਾਮੁਖੀ ਜਾਂ ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ। ਬੇਟਾ ਸਮੁੰਦਰ ਦਾ ਜਿਹੜਾ ਬੇਸ ਹੈ, ਜਦੋਂ ਕਈ ਵਾਰ ਉੱਥੇ ਜਵਾਲਾਮੁਖੀ ਫੁੱਟ ਪੈਂਦਾ ਹੈ, ਕੋਈ ਉੱਥੇ ਭੂਕੰਪ ਆ ਜਾਂਦਾ ਜਾਂ ਉੱਥੇ ਕੋਈ ਹਿਲਜੁਲ ਹੋ ਜਾਂਦੀ ਹੈ, ਉਹਦੇ ਕਰਕੇ ਸਮੁੰਦਰ ਦੇ ਪਾਣੀ ਦੇ ਵਿੱਚ ਹਿਲਜੁਲ ਪੈਦਾ ਹੋ ਜਾਂਦੀ ਹੈ। ਜਿੰਨੀ ਕੁ ਤੀਵਰਤਾ ਇਹਨਾਂ ਦੀ ਹਿਲਜੁਲ ਦੀ ਭੂਚਾਲ ਜਾਂ ਜਵਾਲਾਮੁਖੀ ਦੀ ਹੁੰਦੀ ਹੈ, ਉਨੀ ਤੀਵਰਤਾ ਨਾਲ ਸਮੁੰਦਰ ਦਾ ਪਾਣੀ ਦੇ ਵਿੱਚ ਉਥਲ ਪੁਥਲ ਆ ਜਾਂਦੀ ਹੈ, ਵੱਡੀਆਂ ਵੱਡੀਆਂ ਲਹਿਰਾਂ ਬਣ ਜਾਂਦੀਆਂ, ਜਿਨ੍ਹਾਂ ਨੂੰ ਅਸੀਂ ਸੁਨਾਮੀ ਦਾ ਨਾਮ ਦਿੱਤਾ ਹੈ। ਅਤੇ ਇਹ ਸੁਨਾਮੀ ਅਕਸਰ ਸਮੁੰਦਰ ਤਟ ਦੇ ਉੱਤੇ ਰਹਿਣ ਵਾਲੇ ਸ਼ਹਿਰਾਂ ਵਾਸਤੇ ਬੜੀ ਹੀ ਨੁਕਸਾਨਦਾਇਕ ਹੁੰਦੀ ਹੈ। ਸੋ ਆ ਤੁਹਾਡੇ ਸਾਹਮਣੇ ਦੇਖੋ ਕਿੱਡੀਆਂ ਕਿੱਡੀਆਂ ਲਹਿਰਾਂ ਸਮੁੰਦਰ ਦੇ ਵਿੱਚ ਉੱਠੀਆਂ ਨੇ, ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਸੁਨਾਮੀ ਬੋਲਦੇ ਹਾਂ। ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਆ ਗਿਆ, ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ ਕਿਹੜੇ ਹਨ? ਦੇਖੋ ਹੜ੍ਹ ਆਉਂਦੇ ਨੇ, ਹੜ੍ਹ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਜਾਣਾ। ਉਹਦੇ ਕਾਰਨ ਆਮ ਮੁੱਖ ਕਾਰਨ ਕੀ ਨੇ? ਜ਼ਿਆਦਾ ਵਰਖਾ, ਨੈਚੁਰਲ ਗੱਲ, ਜਦੋਂ ਮੀਂਹ ਬਹੁਤ ਜ਼ਿਆਦਾ ਪੈ ਗਿਆ ਤਾਂ ਉਹਦੇ ਨਾਲ ਹੜ੍ਹ ਆ ਜਾਂਦੇ ਨੇ। ਤੇਜ਼ ਚੱਕਰਵਾਤਾਂ ਦਾ ਆਉਣਾ, ਤੇਜ਼ ਚੱਕਰਵਾਤਾਂ ਨਾਲ ਵੀ ਪਾਣੀ ਦਾ ਬਹਾਅ ਚੱਲਦਾ ਰਹਿੰਦਾ। ਬੱਦਲਾਂ ਦਾ ਫਟਣਾ, ਕਿਤੇ ਆਪਾਂ ਪਹਾੜੀ ਇਲਾਕਿਆਂ ਦੇ ਵਿੱਚ ਆਪਾਂ ਅਕਸਰ ਸੁਣਦੇ ਹਾਂ, ਕੁੱਲੂ ਮਨਾਲੀ ਸ਼ਿਮਲੇ ਵਾਲੇ ਪਾਸੇ ਬੱਦਲ ਫਟ ਗਿਆ। ਉਹਦਾ ਕੀ ਮਤਲਬ ਵੀ ਬੱਦਲਾਂ ਦਾ ਜਿਹੜਾ ਪਾਣੀ ਸੀ ਇੱਕੋ ਹੀ ਥਾਂ 'ਤੇ ਸਾਰਾ ਪਾਣੀ ਉਹ ਡਿਸਪੋਜ਼ ਹੋ ਜਾਣਾ, ਨਿਕਲ ਜਾਣਾ, ਉਹਨੂੰ ਬੋਲਦੇ ਨੇ ਬੱਦਲ ਫਟਣਾ। ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਾ ਹੋਣਾ, ਇਹ ਵੀ ਹੈ। ਮੀਂਹ ਪੈ ਰਿਹਾ, ਨਾਰਮਲ ਮੀਂਹ ਪੈ ਰਿਹਾ, ਪਰ ਉਹ ਪਾਣੀ ਦਾ ਨਿਕਾਸ ਸਹੀ ਨਹੀਂ ਹੈ, ਤਾਂ ਪਾਣੀ ਇਕੱਠਾ ਹੋ ਕੇ ਉੱਥੇ ਵੀ ਹੜ੍ਹਾਂ ਦਾ ਕਾਰਨ ਬਣ ਜਾਂਦਾ ਹੈ। ਨਦੀਆਂ ਅਤੇ ਦਰਿਆਵਾਂ ਦੇ ਤਲ ਉੱਤੇ ਮਿੱਟੀ ਦਾ ਜਮ੍ਹਾਂ ਹੋਣਾ। ਬੇਟਾ ਪਾਣੀ, ਮੀਂਹ ਦੇ ਪਾਣੀ ਨਾਲ ਮਿੱਟੀ ਆ ਰਹੀ ਹੁੰਦੀ ਹੈ, ਜਦੋਂ ਤਲ ਦੇ ਉੱਤੇ ਜਮ੍ਹਾਂ ਹੋ ਜਾਂਦੀ, ਉਹਦੀ ਸਫਾਈ ਨਹੀਂ ਹੁੰਦੀ, ਤਾਂ ਪਾਣੀ ਦਾ ਲੈਵਲ ਉੱਚਾ ਹੋ ਜਾਂਦਾ, ਆਲੇ ਦੁਆਲੇ ਦੇ ਵਿੱਚ ਜਾ ਕੇ ਉਹ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ। ਬੰਨਾਂ ਦਾ ਟੁੱਟ ਜਾਣਾ, ਬੰਨ ਕਈ ਵਾਰ ਟੁੱਟ ਜਾਂਦੇ ਨੇ, ਉਹਦੇ ਨਾਲ ਵੀ ਹੜ੍ਹ ਆ ਜਾਂਦੇ ਨੇ। ਨਦੀਆਂ ਅਤੇ ਦਰਿਆਵਾਂ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਵਿੱਚ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਕਰਨਾ। ਦੇਖੋ ਪਾਪੂਲੇਸ਼ਨ ਇਨਕਰੀਜ਼ ਹੁੰਦੀ ਜਾ ਰਹੀ ਹੈ, ਲੋਕ ਪਿੰਡਾਂ ਤੋਂ ਸ਼ਹਿਰਾਂ ਵਿੱਚ ਆ ਰਹੇ ਨੇ, ਖੇਤ ਖਤਮ ਹੁੰਦੇ ਜਾ ਰਹੇ ਨੇ, ਉੱਥੇ ਇੰਡਸਟਰੀਜ਼ ਬਣਦੀ ਜਾ ਰਹੀ ਹੈ। ਇਸੇ ਪਾਪੂਲੇਸ਼ਨ ਦੇ ਕਾਰਨ ਜਿਹੜੇ ਸਾਨੂੰ ਨਵੀਆਂ ਕਲੋਨੀਆਂ, ਨਵੇਂ ਮਕਾਨ ਬਣਾਉਣੇ ਪੈਂਦੇ ਨੇ, ਤਾਂ ਕਿ ਕਈ ਵਾਰ ਅਕਸਰ ਸ਼ਹਿਰਾਂ ਦੇ ਵਿੱਚ ਦੇਖਿਆ ਵੀ ਨਹਿਰਾਂ ਦੇ ਕੰਢਿਆਂ ਦੇ ਉੱਤੇ ਵੀ ਜਾ ਕੇ ਲੋਕ ਰਹਿਣਾ ਸ਼ੁਰੂ ਕਰ ਦਿੰਦੇ ਨੇ, ਤਾਂ ਜੇ ਹਲਕਾ ਜਿਹਾ ਵੀ ਪਾਣੀ ਨਹਿਰ ਦਾ ਚੜ੍ਹਦਾ ਤਾਂ ਉਹ ਹੜ੍ਹ ਦੇ ਰੂਪ ਦੇ ਵਿੱਚ ਉਸ ਨੂੰ ਬਰਬਾਦ ਕਰ ਦਿੰਦਾ, ਉਸ ਏਰੀਏ ਨੂੰ। ਪਹਾੜਾਂ ਦੀਆਂ ਢਲਾਨਾਂ ਤੋਂ ਦਰੱਖਤਾਂ ਦਾ ਕੱਟਿਆ ਜਾਣਾ। ਪਹਾੜਾਂ ਤੋਂ ਅਸੀਂ ਦਰੱਖਤ, ਲੱਕੜੀ ਕੱਟਦੇ ਹਾਂ ਆਪਣੀ ਲੋੜ ਅਨੁਸਾਰ, ਆਪਣੀ ਜ਼ਰੂਰਤ ਅਨੁਸਾਰ ਕੱਟੀ ਜਾਂਦੇ ਹਾਂ, ਤਾਂ ਉਹਦੇ ਨਾਲ ਪਹਾੜਾਂ ਦੀਆਂ ਜਿਹੜੀਆਂ ਢਲਾਨਾਂ ਨੇ, ਉੱਥੋਂ ਦਰੱਖਤਾਂ ਦੀਆਂ ਜੜ੍ਹਾਂ ਨਿਕਲ ਜਾਂਦੀਆਂ ਨੇ, ਤਾਂ ਜੋ ਉੱਥੋਂ ਆਉਣ ਵਾਲਾ ਜਿਹੜਾ ਮੀਂਹ ਹੈ, ਫਿਰ ਉੱਥੋਂ ਮਿੱਟੀ ਭੂ-ਖੋਰ ਹੋ ਜਾਂਦਾ, ਅਤੇ ਉਹ ਬਾਅਦ ਦੇ ਵਿੱਚ ਜਾ ਕੇ ਉੱਥੇ ਹੜ੍ਹਾਂ ਦਾ ਕਾਰਨ ਵੀ ਬਣ ਜਾਂਦਾ। ਸੋ ਇਹ ਮੁੱਖ ਕਾਰਨ ਨੇ ਹੜ੍ਹ ਆਉਣ ਦੇ। ਆ ਤੁਹਾਡੇ ਸਾਹਮਣੇ ਇੱਕ ਤਸਵੀਰ ਹੈ, ਦੇਖੋ ਜਦੋਂ ਹੜ੍ਹ ਆ ਜਾਂਦੇ ਨੇ ਤਾਂ ਸ਼ਹਿਰਾਂ ਦੇ ਸ਼ਹਿਰ ਬਰਬਾਦ ਹੋ ਜਾਂਦੇ ਨੇ, ਪਾਣੀ ਨਾਲ ਡੁੱਬ ਜਾਂਦੇ ਨੇ। ਇਹ ਪਿਕਚਰ ਤੁਹਾਡੇ ਸਾਹਮਣੇ ਇੱਕ ਹੜ੍ਹ ਆਉਣ ਦੀ ਇੱਕ ਤਸਵੀਰ ਵੀ ਹੈ। ਸੋ ਅੱਗੇ ਆਪਣਾ ਅਗਲਾ ਕੁਐਸਚਨ ਦੇਖਦੇ ਹਾਂ। ਕੁਐਸਚਨ ਨੰਬਰ 7 ਕੀ ਕਹਿੰਦਾ ਹੈ? ਕੁਐਸਚਨ ਨੰਬਰ 7 ਹੈ ਤੁਹਾਡੇ ਸਾਹਮਣੇ, ਚੱਕਰਵਾਤ ਕੀ ਹੁੰਦੇ ਹਨ? ਇਸ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? ਦੇਖੋ ਚੱਕਰਵਾਤ, ਬਹੁਤ ਤੇਜ਼ ਹਵਾਵਾਂ ਦਾ ਚੱਲਣਾ, ਬਹੁਤ ਤੇਜ਼ ਹਵਾਵਾਂ ਦਾ ਚੱਲਣ ਨੂੰ ਅਸੀਂ ਕੀ ਬੋਲਦੇ ਹਾਂ? ਚੱਕਰਵਾਤ ਬੋਲਦੇ ਹਾਂ। ਕਹਿੰਦਾ ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ। ਤੇਜ਼ ਹਵਾਵਾਂ ਦਾ ਚੱਲਣਾ ਕੀ ਹੁੰਦਾ ਹੈ? ਚੱਕਰਵਾਤ, ਜਾਂ ਉਹਨਾਂ ਨੂੰ ਕੀ ਬੋਲਦੇ ਨੇ? ਤੂਫਾਨ ਬੋਲਿਆ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦੀ ਗਤੀ ਕਹਿੰਦਾ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੀ ਵੱਧ ਹੁੰਦੀ ਹੈ, ਜੇ ਆਪਾਂ ਉਹਨਾਂ ਦੀ ਸਪੀਡ ਮੇਜਰ ਕੀਤੀ ਜਾਂਦੀ ਹੈ ਤਾਂ ਉਹ 63 ਕਿਲੋਮੀਟਰ ਇੱਕ ਪਾਰਟੀਕੂਲਰ ਅੰਕੜਾ, ਉਸ ਤੋਂ ਵੱਧ ਵੀ ਹੁੰਦੀ ਹੈ। ਇਹ ਚੱਕਰਵਾਤ ਹੁੰਦੇ ਨੇ। ਇਹਨਾਂ ਦੇ ਨਾਮ ਬੇਟਾ ਵੱਖ-ਵੱਖ ਦੇਸ਼ਾਂ ਦੇ ਵਿੱਚ, ਕੌਂਟੀਨੈਂਟਸ ਦੇ ਵਿੱਚ ਵੱਖ-ਵੱਖ ਲਏ ਜਾਂਦੇ ਨੇ। ਜਿਵੇਂ ਉੱਤਰੀ ਅਮਰੀਕਾ ਵਿੱਚ ਇਹਨਾਂ ਨੂੰ ਹਰੀਕੇਨ ਬੋਲਿਆ ਜਾਂਦਾ ਹੈ, ਦੱਖਣ ਪੂਰਬੀ ਏਸ਼ੀਆ ਦੇ ਵਿੱਚ ਇਹਨਾਂ ਨੂੰ ਟਾਈਫੂਨ ਆਖਿਆ ਜਾਂਦਾ, ਭਾਰਤ ਵਿੱਚ ਆਪਾਂ ਕਹਿੰਦੇ ਹਾਂ ਝੱਖੜ, ਤੂਫਾਨ, ਵਰਵੋਲਾ ਕਿਹਾ ਜਾਂਦਾ। ਇਹ ਕੀ ਨੇ? ਸਾਡੇ ਚੱਕਰਵਾਤ ਹਨ। ਆ ਤੁਹਾਡੇ ਸਾਹਮਣੇ ਇੱਕ ਪਿਕਚਰ ਵੀ ਆ ਗਈ, ਦੇਖੋ ਬਹੁਤ ਤੇਜ਼ ਹਵਾਵਾਂ ਦੇਖਣ ਤੋਂ ਪਿਕਚਰ ਚੱਲ ਰਹੀ ਵੀ ਦਰੱਖਤ ਕਿੰਨੀ ਜ਼ਿਆਦਾ ਬੈਂਡ ਹੋਏ ਪਏ ਨੇ, ਪੱਤੇ ਕਿੰਨੇ ਜ਼ਿਆਦਾ ਬੈਂਡ ਹੋਏ ਪਏ ਨੇ, ਚੱਕਰਵਾਤਾਂ ਦੇ ਨਾਲ ਕਿੱਡਾ ਵੱਡਾ ਨੁਕਸਾਨ ਵੀ ਹੋ ਜਾਂਦਾ। ਇਹ ਵੀ ਇੱਕ ਕੁਦਰਤੀ ਆਫਤ ਹੈ। ਹੁਣ ਆਪਾਂ ਕੁਦਰਤੀ ਆਫਤਾਂ ਪੜ੍ਹ ਲਈਆਂ, ਇਹਦੇ ਨਾਲ ਆ ਗਿਆ ਹੁਣ ਮਨੁੱਖੀ ਆਫਤਾਂ। ਦੇਖੋ ਕੁਝ ਪ੍ਰੋਬਲਮਸ ਦਾ, ਕੁਝ ਆਫਤਾਂ ਦਾ ਕਾਰਨ ਮਨੁੱਖ ਹੁੰਦਾ ਹੈ। ਮਨੁੱਖ ਸਿੱਧੇ ਜਾਂ ਸਿੱਧੇ ਤੌਰ 'ਤੇ ਕੁਝ ਪ੍ਰੋਬਲਮਸ ਕ੍ਰੀਏਟ ਕਰ ਦਿੰਦਾ ਹੈ, ਜਿਨ੍ਹਾਂ ਨੂੰ ਅਸੀਂ ਮਨੁੱਖੀ ਆਫਤਾਂ ਆਖਦੇ ਹਾਂ। ਅਜਿਹੀਆਂ ਆਫਤਾਂ ਜਿਹੜੀਆਂ ਮਨੁੱਖ ਦੁਆਰਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਮਨੁੱਖੀ ਆਫਤਾਂ ਆਖਦੇ ਹਾਂ। ਕਹਿੰਦਾ ਆਫਤਾਂ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ, ਉਹਨਾਂ ਦੁਆਰਾ ਕੀਤੇ ਗਏ ਕਾਰਜਾਂ ਨਾਲ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਮਨੁੱਖੀ ਆਫਤਾਂ ਦਾ ਨਾਮ ਦਿੱਤਾ ਗਿਆ ਹੈ। ਮਨੁੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਇਹਨਾਂ ਮੁਸੀਬਤਾਂ ਨੂੰ ਪੈਦਾ ਕਰਦਾ ਹੈ। ਦੇਖੋ ਲਾਈਕ ਐਕਸੀਡੈਂਟ ਹੋ ਗਿਆ,
ਕਈ ਵਾਰ ਜਾਣ ਕੇ ਵੀ ਹੋ ਜਾਂਦਾ, ਕਈ ਵਾਰ ਅਣਜਾਣੇ 'ਚ ਵੀ ਹੋ ਜਾਂਦਾ, ਉਹ ਵੀ ਹੈ। ਜੰਗਲਾਂ ਨੂੰ ਅੱਗ ਲੱਗ ਜਾਣਾ, ਉਹ ਵੀ ਮਨੁੱਖ ਦਾ ਕੋਈ ਨਾ ਕੋਈ ਕਾਰਨ ਹੈ। ਸੋ ਇਹ ਅਜਿਹੀਆਂ ਆਫਤਾਂ ਜਿਹੜੀਆਂ ਜਾਂ ਜੰਗ ਯੁੱਧ, ਇਹ ਤਾਂ ਜਾਣਬੁੱਝ ਕੇ ਹੁੰਦਾ ਹੈ। ਐਟਮ ਬੰਬ ਦੀ ਯੂਜ਼ ਕਰਨਾ, ਅਟੋਮਿਕ ਐਨਰਜੀ ਦਾ ਯੂਜ਼ ਕਰਨਾ ਨੈਗੇਟਿਵ ਪੱਖ ਦੇ ਵਿੱਚ। ਸੋ ਇਹ ਕੀਨੇ ਸਾਰੀਆਂ ਮਨੁੱਖੀ ਆਫਤਾਂ ਨੇ। ਜਿਵੇਂ ਸੈਕਿੰਡ ਵਰਲਡ ਵਾਰ ਦੇ ਐਂਡ ਦੇ ਵਿੱਚ ਜਾਪਾਨ ਦੇ ਉੱਤੇ 2 ਐਟਮ ਬੰਬ ਸਿੱਟੇ ਗਏ ਸੀ, ਕਿੱਡਾ ਵੱਡਾ ਵਿਨਾਸ਼ ਹੋਇਆ ਸੀ, ਉਹ ਇੱਕ ਮਨੁੱਖੀ ਆਫਤ ਹੈ ਨਾ ਜਾਪਾਨ ਵਾਸਤੇ ਤਾਂ। ਸੋ ਇਸ ਤਰ੍ਹਾਂ ਅਜਿਹੀਆਂ ਮੁਸੀਬਤਾਂ ਜਿਹੜੀਆਂ ਮਨੁੱਖ ਦੁਆਰਾ ਸਿੱਧੇ ਜਾਂ ਸਿੱਧੇ ਤੌਰ 'ਤੇ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਤੁਹਾਡੇ ਸਾਹਮਣੇ ਪਿਕਚਰ ਹੈ, ਸਮੁੰਦਰੀ ਜਹਾਜ਼ਾਂ ਦਾ ਡੁੱਬ ਜਾਣਾ, ਠੀਕ ਹੈ, ਹਵਾਈ ਜਹਾਜ਼ ਦਾ ਐਕਸੀਡੈਂਟ ਹੋ ਜਾਣਾ, ਦੂਜੀਆਂ ਰੇਲ ਗੱਡੀਆਂ ਦਾ ਸੜਕਾਂ ਦੇ ਉੱਤੇ ਐਕਸੀਡੈਂਟ ਹੋ ਜਾਣਾ, ਕੋਈ ਬਿਲਡਿੰਗ ਜਿਹੜੀ ਬਣਾਈ ਹੋਈ ਸੀ ਉਹ ਵਧੀਆ ਮਟੀਰੀਅਲ ਨਹੀਂ ਲਾਇਆ, ਡਿੱਗ ਪਈ, ਪੁਲ ਡਿੱਗ ਪਏ, ਠੀਕ ਹੈ, ਪੁਲਾੜ ਦੇ ਵਿੱਚ ਕੋਈ ਐਕਸੀਡੈਂਟ ਹੋ ਗਿਆ, ਘਰਾਂ ਨੂੰ ਅੱਗ ਲੱਗ ਗਈ, ਜੰਗਲਾਂ ਨੂੰ ਅੱਗ ਲੱਗ ਗਈ। ਇਹ ਸਾਰੀਆਂ ਕੀ ਨੇ, ਸਾਡੀਆਂ ਮਨੁੱਖੀ ਆਫਤਾਂ ਹਨ, ਜਿਹੜੀਆਂ ਅਸਿੱਧੇ ਜਾਂ ਸਿੱਧੇ ਤੌਰ 'ਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ। ਅਗਲਾ ਪ੍ਰਸ਼ਨ ਆ ਗਿਆ, ਮਹਾਮਾਰੀ ਤੋਂ ਤੁਹਾਡਾ ਕੀ ਭਾਵ ਹੈ? ਮਹਾਮਾਰੀ ਅਸੀਂ ਹੁਣ ਇੱਕ ਬੜੇ 2 ਸਾਲ, ਲਗਭਗ 2 ਸਾਲਾਂ ਤੋਂ ਇੱਕ ਵੱਡੀ ਭਿਆਨਕ ਮਹਾਮਾਰੀ ਦੇ ਵਿੱਚੋਂ, ਦੌਰ ਦੇ ਵਿੱਚੋਂ ਗੁਜ਼ਰ ਕੇ ਆਏ ਹਾਂ। ਜਦੋਂ ਇੱਕ ਕੋਈ ਬਿਮਾਰੀ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਬੇਟਾ, ਉਸ ਨੂੰ ਅਸੀਂ ਮਹਾਮਾਰੀ ਬੋਲਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਕਿਹੜੀ ਮਹਾਮਾਰੀ, ਕੋਵਿਡ-19 ਕਰੋਨਾ ਦੇ ਵਿੱਚੋਂ ਅਸੀਂ ਹੁਣ ਉੱਭਰ ਰਹੇ ਹਾਂ, ਉੱਭਰ ਕੇ ਬਾਹਰ ਆਏ ਹਾਂ। ਪਿਛਲੇ 2 ਸਾਲਾਂ ਤੋਂ ਸਾਨੂੰ ਕਰੋਨਾ ਨੇ ਘੇਰਿਆ ਹੋਇਆ ਸੀ। ਜਦੋਂ ਇੱਕ ਬਿਮਾਰੀ ਵੱਧ ਕੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਇਸ ਨੂੰ ਅਸੀਂ ਮਹਾਮਾਰੀ ਦਾ ਨਾਮ ਦਿੰਦੇ ਹਾਂ ਜਾਂ ਦਿੱਤਾ ਜਾਂਦਾ ਹੈ। ਜਿਵੇਂ ਕਿ ਕਰੋਨਾ ਮਹਾਮਾਰੀ, ਪਹਿਲਾਂ ਹੈਜਾ, ਪਲੇਗ, ਡੇਂਗੂ, ਇਹ ਵੀ ਚੀਜ਼ਾਂ ਚੱਲਦੀਆਂ ਨੇ, ਪਰ ਹੁਣ ਜਿਹੜੀ ਕਰੋਨਾ ਮਹਾਮਾਰੀ ਹੈ ਇਸ ਨੇ ਪਿਛਲੇ ਲਗਭਗ 2 ਸਾਲਾਂ ਤੋਂ ਸਾਰੇ ਸੰਸਾਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ। ਦੇਖੋ ਸਾਰੀ ਪ੍ਰਿਥਵੀ ਇੱਕ ਕੋਵਿਡ-19 ਦੇ ਵਿੱਚ ਦੌਰ ਦੇ ਵਿੱਚੋਂ ਹੁਣ ਬੜੀ ਮੁਸ਼ਕਿਲ ਨਾਲ ਅਸੀਂ ਬਾਹਰ ਨਿਕਲ ਕੇ ਆ ਰਹੇ ਹਾਂ। ਸੋ ਇਹ ਹੈ ਸਾਡੇ ਕੋਲੇ ਮਹਾਮਾਰੀ। ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ 9 ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਬੇਟਾ। ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਓ, ਇੱਥੋਂ ਦੇਖ ਕੇ ਲਿਖ ਵੀ ਲਈਓ। ਇਹ ਫਾਈਨਲ ਐਗਜ਼ਾਮ ਦੇ ਵਿੱਚ ਆਉਣ ਵਾਸਤੇ ਇੰਪੋਰਟੈਂਟ ਕੁਐਸਚਨ ਨੇ। ਇਸ ਚੈਪਟਰ ਦੇ ਕੁਝ ਕੁਐਸਚਨ ਹੋ ਹੈਗੇ, ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਸੋ ਆਪਣਾ ਧਿਆਨ ਰੱਖਣਾ, ਪੜ੍ਹਾਈ ਕਰਦੇ ਰਹਿਣਾ, ਸਿਹਤ ਦਾ ਵੀ ਧਿਆਨ ਰੱਖਣਾ। ਸੋ ਪਲੀਜ਼ ਟੇਕ ਕੇਅਰ ਆਫ ਯੋਰਸੈਲਫਸ। ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਥੈਂਕ ਯੂ।